ਹੈਲੋ ਡੀਅਰ ਸਟੂਡੈਂਟਸ, ਮੈਂ ਸੁਦੀਕਸ਼ਾ ਤੁਹਾਡਾ ਸਵਾਗਤ ਕਰਦੀ ਹਾਂ ਗਿਆਨਮ ਪੰਜਾਬ ਦੇ YouTube ਪਲੇਟਫਾਰਮ ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਬਲੱਡ ਵੈਸਕੂਲਰ ਸਿਸਟਮ। ਵੈਸੇ ਤੇ ਇਹ ਕਲਾਸ ਨਹੀਂ ਹੈ, ਇੱਕਦਮ ਸ਼ਾਰਟ ਵੀਡੀਓ ਹੈ, ਇੱਕ ਪੂਰਾ ਕਨਸੈਪਟ ਵਿਦਿਨ 20 to 25 ਮਿੰਟਸ ਆਪਾਂ ਇੱਥੇ ਡਿਸਕਸ ਕਰਨ ਵਾਲੇ ਹਾਂ। ਯਾਨੀ ਕਿ ਜੇ ਬਲੱਡ ਵੈਸਕੂਲਰ ਸਿਸਟਮ ਵਿਚ ਇਜ਼ ਵਨ ਆਫ ਦ ਵੈਰੀ ਇੰਪੋਰਟੈਂਟ ਟੌਪਿਕ, ਇਸ ਟੌਪਿਕ ਤੋਂ ਜੋ ਵੀ ਕੁਐਸਚਨ ਆਏਗਾ ਯੂ ਵਿਲ ਬੀ ਏਬਲ ਟੂ ਅਟੈਂਪਟ ਇਟ, ਰਾਈਟ? ਠੀਕ ਹੈ। ਸੋ ਅੱਜ ਦੀ ਕਲਾਸ ਦੇ ਵਿੱਚ ਪੂਰਾ ਬਲੱਡ ਵੈਸਕੂਲਰ ਸਿਸਟਮ ਆਪਾਂ ਪੂਰਾ ਡਿਟੇਲ ਦੇ ਵਿੱਚ ਕਿ ਕਿਹੜੇ-ਕਿਹੜੇ ਕੰਪੋਨੈਂਟਸ ਇਹਨਾਂ ਦੇ ਵਿੱਚ ਪ੍ਰੈਜ਼ੈਂਟ ਰਹਿਣਗੇ ਇਹਨਾਂ ਨੂੰ ਇੱਥੇ ਡਿਸਕਸ ਕਰਾਂਗੇ। ਠੀਕ ਹੈ ਜੀ, ਓਕੇ, ਲੈਟਸ ਸਟਾਰਟ। ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਬਾਈ ਅੰਡਰਸਟੈਂਡਿੰਗ ਦੈਟ ਵਾਟ ਇਜ਼ ਹਿਊਮਨ ਸਰਕੂਲੇਟਰੀ ਸਿਸਟਮ। ਕਿਉਂਕਿ ਜਦੋਂ ਵੀ ਆਪਾਂ ਬਲੱਡ ਵੈਸਕੂਲਰ ਸਿਸਟਮ ਦੀ ਗੱਲ ਕਰ ਰਹੇ ਹਾਂ, ਰਾਈਟ, ਬਲੱਡ ਵੈਸਕੂਲਰ ਸਿਸਟਮ ਬੇਸਿਕਲੀ ਹਿਊਮਨ ਸਰਕੂਲੇਟਰੀ ਸਿਸਟਮ ਦਾ ਪਾਰਟ ਹੈ। ਹਿਊਮਨ ਸਰਕੂਲੇਟਰੀ ਸਿਸਟਮ ਦੇ ਵਿੱਚ ਦੋ ਸਿਸਟਮਸ ਪ੍ਰੈਜ਼ੈਂਟ ਰਹਿਣਗੇ। ਪਹਿਲਾ ਸਿਸਟਮ ਆਂਦਾ ਹੈ ਬਲੱਡ ਵੈਸਕੂਲਰ ਸਿਸਟਮ, ਜੋ ਕਿ ਫਰਦਰ ਪੂਰਾ ਬਾਈਫਰਕੇਟਡ ਰਹੇਗਾ ਅਲੱਗ-ਅਲੱਗ ਪਾਰਟਸ ਦੇ ਵਿੱਚ, ਅਲੱਗ-ਅਲੱਗ ਕੰਪੋਨੈਂਟਸ ਇਹਦੇ ਆਣਗੇ। ਦੂਜਾ ਸਿਸਟਮ ਜੋ ਕਿ ਸਰਕੂਲੇਟ ਕਰ ਰਿਹਾ ਹੈ ਦੈਟ ਇਜ਼ ਬੇਸਿਕਲੀ ਦ ਲਿੰਫੈਟਿਕ ਸਿਸਟਮ। ਠੀਕ ਹੈ, ਲਿੰਫੈਟਿਕ ਸਿਸਟਮ ਬਿਲਕੁਲ ਛੋਟਾ ਜਿਹਾ ਹੈ। ਲਿੰਫੈਟਿਕ ਸਿਸਟਮ ਦੇ ਵਿੱਚ lymph vessels and lymph nodes, this is the system which is present, जो कि majorly concerned रहेगा nutrient storage तो, या फिर it is majorly concerned with the immune system, right? बाकी blood vascular system ਦੀ ਜੇ ਆਪਾਂ ਗੱਲ ਕਰੀਏ is a huge part of the human circulatory system, ਜਿਹਦੇ ਵਿੱਚ ਸਭ ਤੋਂ ਪਹਿਲਾਂ ਹਾਰਟ ਆ ਜਾਏਗਾ which is the pumping organ, and ਪੰਪ ਕਿੰਨੂੰ ਕਰ ਰਿਹਾ ਹੈ? ਬਲੱਡ ਨੂੰ ਪੰਪ ਕਰ ਰਿਹਾ ਹੈ। then there comes the blood vessels, right? ਹੁਣ ਜੇ ਆਪਾਂ ਬਲੱਡ ਦੀ ਗੱਲ ਕਰੀਏ, ਦੇਖੋ ਜਦੋਂ ਵੀ ਬਲੱਡ ਵੈਸਕੂਲਰ ਸਿਸਟਮ ਆਪਾਂ ਪੜ੍ਹ ਰਹੇ ਹਾਂ ਨਾ, ਸਭ ਤੋਂ ਜ਼ਿਆਦਾ ਇੰਪੋਰਟੈਂਟ ਪਾਰਟ ਜੋ ਹੈ ਤੇ ਬਲੱਡ ਹੀ ਹੈ। ਐਂਡ ਬਲੱਡ ਦੇ ਅਲੱਗ-ਅਲੱਗ ਕੰਪੋਨੈਂਟਸ ਤੋਂ ਬਹੁਤ ਇੰਪੋਰਟੈਂਟ ਕੁਐਸਚਨਸ ਜੋ ਹੈ ਬਣ ਕੇ ਸਾਹਮਣੇ ਆਉਂਦੇ ਆ। ਅੱਜ ਦੇ ਇਸ ਸੈਸ਼ਨ ਦੇ ਵਿੱਚ ਆਪਾਂ ਉਹਨਾਂ ਨੂੰ ਡਿਸਕਸ ਵੀ ਕਰਾਂਗੇ। ਦੇਖੋ, ਬਲੱਡ ਬੇਸਿਕਲੀ ਪਲਾਜ਼ਮਾ ਔਰ ਕੁਝ ਫਾਰਮਡ ਐਲੀਮੈਂਟਸ ਦਾ ਬਣਿਆ ਰਹੇਗਾ। ਠੀਕ ਹੈ, ਹੁਣ ਜਿਹੜਾ ਪਲਾਜ਼ਮਾ ਹੈ ਇੱਕ ਮੈਟ੍ਰਿਕਸ ਹੈ। ਇਸ ਮੈਟ੍ਰਿਕਸ ਦੇ ਅੰਦਰ ਬਹੁਤ ਸਾਰੇ ਫਾਰਮਡ ਸੈੱਲ ਪ੍ਰੈਜ਼ੈਂਟ ਰਹਿਣਗੇ। ਫਾਰਮਡ ਐਲੀਮੈਂਟਸ ਆਪਾਂ ਇਹਨਾਂ ਨੂੰ ਕਹਿੰਦੇ ਆ, ਜਿਹਦੇ ਵਿੱਚ ਰੈੱਡ ਬਲੱਡ ਸੈੱਲ, ਵਾਈਟ ਬਲੱਡ ਸੈੱਲ ਐਂਡ ਪਲੇਟਲੈਟਸ ਆ ਜਾਂਦੇ ਹਨ। ਠੀਕ ਹੈ, ਫਰਦਰ ਜੋ ਵਾਈਟ ਬਲੱਡ ਸੈੱਲ ਹੈ they can be of two type, granulocytes यानी कि granules present है ਉਹਨਾਂ ਦੇ ਵਿੱਚ, and ਦੂਜਾ ਹੋ ਸਕਦਾ ਹੈ granulocytes ਜਿਨ੍ਹਾਂ ਦੇ ਵਿੱਚ ਜੋ granules ਹੈ ਉਹ absent ਰਹਿਣਗੇ। ਰਿਸਪੈਕਟਿਵ ਇਹਨਾਂ ਦੇ ਵੀ ਐਗਜ਼ਾਮਪਲਸ ਇੱਥੇ ਆ ਜਾਣਗੀਆਂ। ਬੇਸਿਕਲੀ ਇਹ ਇਮਿਊਨ ਸਿਸਟਮ ਦਾ ਪਾਰਟ ਹੈ। ਠੀਕ ਹੈ, ਇਮਿਊਨ ਸਿਸਟਮ ਵਾਲੇ ਚੈਪਟਰ ਦੇ ਵਿੱਚ ਤੁਸੀਂ ਇਹਨਾਂ ਸਾਰੇ ਟਾਈਪ ਆਫ ਸੈਲਸ ਨੂੰ ਕਾਫੀ ਡਿਟੇਲ ਦੇ ਵਿੱਚ ਕਵਰ ਕਰਦੇ ਹੋ, ਜਿਨ੍ਹਾਂ ਦੇ ਵਿੱਚ ਇਹਨਾਂ ਦੀ ਸਟਰਕਚਰ, ਨਿਊਕਲੀਅਸ ਔਰ ਫੰਕਸ਼ਨ ਐਂਡ ਸਪੈਸੀਫਿਕਲੀ ਲਾਈਫ ਸਪੈਨ ਦੇ ਉੱਪਰ ਫੋਕਸ ਕਰਦੇ ਹੋ। then the third part of your blood vascular system was the blood vessels, right? ਹੁਣ human circulatory system ਦੇ ਵਿੱਚ ਜੋ blood vessels ਹੈ they could be arteries, veins and capillaries. ਇਹਨਾਂ ਦੇ ਵਿੱਚ ਹੀ blood ਜੋ ਹੈ is going to flow and blood is being pumped by the pumping organ that is heart. Am I right? ਠੀਕ ਹੈ, ਸੋ ਇਸ ਤਰੀਕੇ ਦਾ ਬਲੱਡ ਵੈਸਕੂਲਰ ਸਿਸਟਮ ਜੋ ਹੈ ਪ੍ਰੈਜ਼ੈਂਟ ਹੈ। ਹੁਣ ਆਪਾਂ ਕਿੱਥੋਂ ਸ਼ੁਰੂ ਕਰਨਾ ਹੈ? ਹੁਣ ਵੀ ਵਿਲ ਬੀ ਸਟਾਰਟਿੰਗ ਵਿਦ ਦ ਬਲੱਡ। ਸਭ ਤੋਂ ਪਹਿਲਾਂ ਬਲੱਡ ਨੂੰ ਸ਼ੁਰੂ ਕਰਦੇ ਹਾਂ ਕਿ ਬਲੱਡ ਕਿਸ ਤਰੀਕੇ ਦਾ ਕੰਪੋਨੈਂਟ ਹੈ। ਲੈਟਸ ਅੰਡਰਸਟੈਂਡ ਇਟ। ਹੁਣ ਬਲੱਡ ਦੀ ਕੰਪੋਜੀਸ਼ਨ ਦੇ ਵਿੱਚ ਤੁਹਾਨੂੰ ਮਿਲੇਗਾ ਪਲਾਜ਼ਮਾ, ਸਭ ਤੋਂ ਪਹਿਲਾ ਕੰਪੋਨੈਂਟ, ਐਂਡ ਦੂਜਾ ਕੰਪੋਨੈਂਟ ਹੈ that is formed elements. Whenever I have to define blood कि blood actual ਦੇ ਵਿੱਚ ਕੀ ਹੈ, blood ਦੇ ਲਈ ਆਪਾਂ use ਕਰਦੇ ਹਾਂ ਕਿ it is a basically kind of the connective tissue. ਹੁਣ ਦੇਖੋ connective tissue ਆਪਾਂ term use ਕਰ ਰਹੇ ਹਾਂ, ਹੈ ਨਾ, ਕਿ ਇਹ ਕੀ ਹੈ? connective tissue ਹੈ। connective tissue ਦਾ ਮਤਲਬ ਕੀ ਹੋ ਗਿਆ? connective tissue ਇੱਕ ਇਦਾਂ ਦਾ tissue ਹੁੰਦਾ ਹੈ ਜਿਹਦੇ ਵਿੱਚ ਮੈਟ੍ਰਿਕਸ ਹੈ। ਠੀਕ ਹੈ, ਉਹ ਮੈਟ੍ਰਿਕਸ ਹੋ ਸਕਦਾ ਹੈ ਸੋਲਿਡ ਹੋਵੇ ਜਾਂ ਫਿਰ ਫਲੂਇਡੀ ਹੋਵੇ। ਉਸ ਮੈਟ੍ਰਿਕਸ ਦੇ ਅੰਦਰ ਅਲੱਗ-ਅਲੱਗ ਟਾਈਪ ਦੇ ਸੈਲਸ ਪ੍ਰੈਜ਼ੈਂਟ ਰਹਿਣਗੇ। ਬਿਲਕੁਲ ਇਸੇ ਤਰੀਕੇ ਦਾ ਕਨੈਕਟਿਵ ਟਿਸ਼ੂ ਬਲੱਡ ਵੀ ਹੈ। ਹੁਣ ਇੱਥੇ ਜੋ ਮੈਟ੍ਰਿਕਸ ਹੈ ਦੈਟ ਇਜ਼ ਪਲਾਜ਼ਮਾ। ਪਲਾਜ਼ਮਾ ਜੋ ਹੈ ਇੱਥੇ ਇੱਕ ਫਲੂਇਡੀ ਮੈਟ੍ਰਿਕਸ ਦੀ ਤਰ੍ਹਾਂ ਐਕਟ ਕਰਦਾ ਹੈ which is of basically straw color, ਥੋੜਾ ਲਾਈਟ ਪੇਲ ਯੈਲੋ ਕਲਰ ਦਾ ਜੋ ਪਲਾਜ਼ਮਾ ਹੈ ਇੱਥੇ ਪ੍ਰੈਜ਼ੈਂਟ ਰਹੇਗਾ। pH ਦੀ ਆਪਾਂ ਜੇ ਗੱਲ ਕਰੀਏ, ਸਲਾਈਟਲੀ ਐਲਕਲੀਨ pH ਹੈ, ਕਿੰਨਾ? 7.4, ਐਂਡ 7.4 pH ਹੀ ਬਲੱਡ ਦਾ ਵੀ ਹੁੰਦਾ ਹੈ। that means ਜੋ ਪਲਾਜ਼ਮਾ ਦਾ pH ਹੈ that is same pH is of the blood as well. ਹੁਣ ਇਸ ਫਲੂਇਡੀ ਮੈਟ੍ਰਿਕਸ ਪਲਾਜ਼ਮਾ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਟਾਈਪ ਦੇ ਸੈਲਸ ਮਿਲਣਗੇ। ਠੀਕ ਹੈ,
ਇਹ ਜਿਹੜੇ ਅਲੱਗ-ਅਲੱਗ ਟਾਈਪ ਦੇ ਸੈਲਸ ਹੈ ਇਹਨਾਂ ਨੂੰ ਆਪਾਂ ਕਹਿੰਦੇ ਆ ਫਾਰਮਡ ਐਲੀਮੈਂਟਸ। 45% ਪਾਰਟ ਬਲੱਡ ਦਾ ਇਹਨਾਂ ਫਾਰਮਡ ਐਲੀਮੈਂਟਸ ਦਾ ਬਣਿਆ ਹੋਇਆ ਹੈ, ਜਿਹਦੇ ਵਿੱਚ ਤੁਹਾਨੂੰ ਰੈਡ ਬਲੱਡ ਸੈਲ, ਵਾਈਟ ਬਲੱਡ ਸੈਲ ਐਂਡ ਪਲੇਟਲੇਟਸ ਦੇ ਅਲੱਗ-ਅਲੱਗ ਟਾਈਪ ਆਫ ਸੈਲਸ ਜੋ ਹੈ ਇੱਥੇ ਮਿਲਣਗੇ। ਠੀਕ ਹੈ, ਸੋ ਦਿਸ ਇਜ਼ ਦ ਬੇਸਿਕ ਸਟਰਕਚਰ ਆਫ ਦ ਬਲੱਡ। ਹੁਣ ਦੇਖੋ ਕਿਸ ਚੀਜ਼ ਦਾ ਅਮਾਉਂਟ ਕਿੰਨਾ ਹੈ ਐਂਡ ਕਿੱਥੇ ਕਿਹੜੀ ਚੀਜ਼ ਜਿਹੜੀ ਹੈ ਇੱਥੇ ਪ੍ਰੈਜ਼ੈਂਟ ਰਹਿਣ ਵਾਲੀ ਹੈ। ਸਭ ਤੋਂ ਪਹਿਲਾਂ ਜੋ ਪਹਿਲਾ ਕੰਪੋਨੈਂਟ ਸੀਗਾ ਸਾਡਾ ਪਲਾਜ਼ਮਾ ਫਲੂਇਡੀ ਮੈਟ੍ਰਿਕਸ, ਉਹਨੂੰ ਡਿਸਕਸ ਕਰਦੇ ਹਾਂ। ਠੀਕ ਹੈ, ਇਸ ਫਲੂਇਡੀ ਮੈਟ੍ਰਿਕਸ ਦੇ ਵਿੱਚ 90 to 90% ਜੋ ਹੈ that is water only, water ਹੀ present ਹੈ। 90 to 92% water ਦਾ ਬਣਿਆ ਹੋਇਆ ਪਲਾਜ਼ਮਾ ਜੋ ਹੈ ਇੱਥੇ ਰਹੇਗਾ and it is acting like a good solvent here। ਠੀਕ ਹੈ, ਜੋ water ਹੈ basically ਪਲਾਜ਼ਮਾ ਨੂੰ ਇੱਕ ਬਹੁਤ ਵਧੀਆ ਸੋਲਵੈਂਟ ਦੀ ਪ੍ਰੋਪਰਟੀ ਜੋ ਹੈ ਇਹਨੂੰ ਪ੍ਰੋਵਾਈਡ ਕਰੇਗਾ। ਦੇਅਰ ਆਫਟਰ ਪਲਾਜ਼ਮਾ ਦੇ ਵਿੱਚ ਮਲਟੀਪਲ ਪ੍ਰੋਟੀਨਸ ਮਿਲਣਗੇ, ਲਗਭਗ 6 to 8% ਪ੍ਰੋਟੀਨ ਦਾ ਪਾਰਟ ਹੈ ਪਲਾਜ਼ਮਾ ਦੇ ਵਿੱਚ। 3 ਟਾਈਪ ਦੇ ਪ੍ਰੋਟੀਨਸ ਆਉਂਦੇ ਆ। ਪਹਿਲਾ ਟਾਈਪ ਹੈ ਫਿਬਰੋਜਨ, ਦੂਜਾ ਹੈ ਗਲੋਬੂਲਿਨਸ, ਤੀਜਾ ਹੈ ਐਲਬੂਮਿਨ। ਫਿਬਰੋਜਨ ਦੀ ਜੇ ਆਪਾਂ ਗੱਲ ਕਰੀਏ, ਫਿਬਰੋਜਨ ਦੇ ਵਿੱਚ ਤੁਹਾਨੂੰ ਬਲੱਡ ਕਲॉटिंग ਫੈਕਟਰਸ ਜੋ ਹੈ ਉਹ ਮਿਲਣਗੇ ਜੋ ਕਿ ਰਿਸਪੌਂਸਿਬਲ ਰਹਿਣਗੇ ਕਲॉट ਫਾਰਮੇਸ਼ਨ ਦੇ ਲਈ। ਠੀਕ ਹੈ, then there comes the globulins। globulins ਦੇ ਵਿੱਚ actually ਜੋ ਐਂਟੀਬਾਡੀਜ਼ ਬਣਾਉਣ ਵਾਲਾ ਪਾਰਟ ਹੈ ਉਹ ਪ੍ਰੈਜ਼ੈਂਟ ਰਹੇਗਾ, ਤਾਂ ਹੀ ਆਪਾਂ ਐਂਟੀਬਾਡੀਜ਼ ਨੂੰ ਕੀ ਕਹਿੰਦੇ ਆ, ਇਮਿਊਨੋਗਲੋਬੁਲਿਨਸ, ਰਾਈਟ। ਸੋ ਪਲਾਜ਼ਮਾ ਦੇ ਵਿੱਚ ਜਿਹੜਾ ਹੈ ਗਲੋਬੁਲਿਨ ਪਾਰਟ ਪ੍ਰੈਜ਼ੈਂਟ ਰਹੇਗਾ। ਫਿਰ ਆਉਂਦੇ ਹਨ ਐਲਬੂਮਿਨਸ। ਐਲਬੂਮਿਨਸ ਬੇਸਿਕਲੀ ਬਲੱਡ ਦਾ ਆਸਮੋਟਿਕ ਪ੍ਰੈਸ਼ਰ ਜਾਂ ਫਿਰ ਤੁਸੀਂ ਕਹੋ ਕਿ ਬਾਡੀ ਫਲੂਇਡ ਦਾ ਆਸਮੋਟਿਕ ਪ੍ਰੈਸ਼ਰ ਮੇਨਟੇਨ ਕਰਨ ਦਾ ਕੰਮ ਇੱਥੇ ਕਰੇਗਾ। ਇਟ ਇਜ਼ ਗੋਇੰਗ ਟੂ ਰੈਗੂਲੇਟ ਦ ਬਲੱਡ ਪ੍ਰੈਸ਼ਰ ਆਫ ਦ ਬੋਡੀ। ਠੀਕ ਹੈ, ਸੋ ਦਿਸ ਇਜ਼ ਦ ਪ੍ਰੋਟੀਨੀਸ਼ੀਅਸ ਪਾਰਟ ਜੋ ਕਿ ਪਲਾਜ਼ਮਾ ਦੇ ਵਿੱਚ ਪ੍ਰੈਜ਼ੈਂਟ ਹੈ 6 to 8%। ਇਸ ਤੋਂ ਇਲਾਵਾ ਪ੍ਰੋਟੀਨੀਸ਼ੀਅਸ ਪਾਰਟ ਤੋਂ ਇਲਾਵਾ ਹੁਣ ਨੈਕਸਟ the thing which is present is the glucose, amino acids, lipids and cholesterol। ठीक है, ये सारी substances basically growth and production, growth and energy production ਦੇ ਲਈ ਬਹੁਤ ਜ਼ਿਆਦਾ important component ਰਹਿਣਗੇ। ਇਹ ਵੀ ਕਿੱਥੇ present ਹੈ, ਪਲਾਜ਼ਮਾ ਦੇ ਵਿੱਚ present ਹੈ। ਫਿਰ ਆਂਦਾ ਹੈ ਕੁਝ inorganic compounds ਜਿਹਦੇ ਵਿੱਚ sodium, magnesium, chlorine, bicarbonates and calcium ions। These are the compounds which are present in the plasma। ਲਾਸਟ ਦੇ ਵਿੱਚ ਕੁਝ ਸੋਲੂਬਲ ਗੈਸਿਸ। ਹੁਣ ਦੇਖੋ ਜਦੋਂ ਤੁਸੀਂ ਰੈਸਪੀਰੇਸ਼ਨ ਵਾਲਾ ਕੰਟੈਂਟ ਪੜ੍ਹਦੇ ਹੋ ਸਾਰਾ, ਹੈ ਨਾ, ਉਹਦੇ ਵਿੱਚ ਆਪਾਂ ਟਰਾਂਸਪੋਰਟ ਆਫ ਗੈਸਿਸ ਦਾ ਕੰਸੈਪਟ ਕਰਦੇ ਹਾਂ। ਟਰਾਂਸਪੋਰਟ ਆਫ ਗੈਸਿਸ ਦਾ ਕੰਸੈਪਟ ਬੇਸਿਕਲੀ ਕਿਸ ਚੀਜ਼ ਦੇ ਨਾਲ ਕੰਸਰਨਡ ਹੈ, ਇਟ ਇਜ਼ ਕੰਸਰਨਡ ਵਿਦ ਦ ਆਕਸੀਜਨ ਐਂਡ CO2 ਟਰਾਂਸਪੋਰਟ। ਸੋ ਪਲਾਜ਼ਮਾ ਦੇ ਥਰੂ ਵੀ ਆਕਸੀਜਨ ਐਂਡ CO2 ਦਾ ਟਰਾਂਸਪੋਰਟ ਹੁੰਦਾ ਹੈ, right। ਇਹਦੇ ਇਲਾਵਾ sometimes ਜੋ nitrogen ਹੈ that is also dissolved in the plasma। so this is the fluid matrix of the blood and ਇਹ ਸਾਰੀਆਂ ਚੀਜ਼ਾਂ ਜੋ ਹੈ ਇਸ ਪਲਾਜ਼ਮਾ ਦੇ ਵਿੱਚ present ਰਹਿਣਗੀ। ਠੀਕ ਹੈ, then next ਪਲਾਜ਼ਮਾ ਤੋਂ ਰਿਲੇਟਡ ਇੱਕ ਕੁਐਸਚਨ ਆਉਂਦਾ ਹੈ ਸੀਰਮ ਦਾ। ਹੁਣ ਆਪਾਂ ਕੀ ਕੀਤਾ, ਪਲਾਜ਼ਮਾ ਤੋਂ clotting factors ਨੂੰ ਰਿਮੂਵ ਕਰ ਦਿਆ, ਯਾਨੀ ਕਿ ਫਿਬਰੋਜਨ ਨੂੰ ਤੁਸੀਂ ਰਿਮੂਵ ਕਰਤਾ। ਠੀਕ ਹੈ, if I have removed this clotting factor ਐਂਡ ਜੋ ਪਿੱਛੇ ਹੁਣ ਮਟੀਰੀਅਲ ਰਹਿ ਗਿਆ ਹੈ ਉਸ ਮਟੀਰੀਅਲ ਨੂੰ ਆਪਾਂ ਕਵਾਂਗੇ ਸੀਰਮ। ਸੋ ਸੀਰਮ ਇੱਕ ਬੇਸਿਕਲੀ ਐਦਾਂ ਦਾ ਪਲਾਜ਼ਮਾ ਦਾ ਪਾਰਟ ਹੈ ਜਿਹਦੇ ਵਿੱਚ ਕਲॉटिंग ਫੈਕਟਰਸ ਐਬਸੈਂਟ ਰਹਿਣਗੇ। ਇਹ ਕੁਐਸਚਨ ਆਇਆ ਹੋਇਆ ਹੈ। ਠੀਕ ਹੈ, ਰਾਈਟ। ਮੂਵਿੰਗ ਅਹੈਡ ਜੋ ਸੈਕੰਡ ਕੰਪੋਨੈਂਟ ਸੀਗਾ ਬਲੱਡ ਦਾ that was formed elements, ਯਾਨੀ ਕਿ ਪਲਾਜ਼ਮਾ ਦੇ ਵਿੱਚ ਇਹ 3 ਟਾਈਪ ਦੇ ਫਾਰਮਡ ਐਲੀਮੈਂਟਸ ਪ੍ਰੈਜ਼ੈਂਟ ਰਹਿਣਗੇ। red blood cell ਜਿਨ੍ਹਾਂ ਨੂੰ ਤੁਸੀਂ ਹੁਣ erythrocytes ਕਹੋਗੇ, then white blood cells which are known as leukocytes and the third one is platelets ਜਿਨ੍ਹਾਂ ਨੂੰ ਆਪਾਂ thrombocytes ਕਹਿੰਦੇ ਆ। ਠੀਕ ਹੈ, ਹੁਣ ਨਾ white blood cell ਆਪਣੇ ਆਪ ਦੇ ਵਿੱਚ ਇੱਕ ਬਹੁਤ ਲੰਬਾ ਟੌਪਿਕ ਹੈ, ਰਾਈਟ। ਇਹਨੂੰ ਸ਼ਾਰਟਲੀ ਜਿਹੜਾ ਹੈ ਆਪਾਂ ਇੱਥੇ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਚਲੋ ਦੇਖੋ, ਸਭ ਤੋਂ ਪਹਿਲਾਂ erythrocytes ਦੀ ਗੱਲ ਕਰਦੇ ਹਾਂ, red blood cell ਦੀ। ਠੀਕ ਹੈ, red blood cell ਜੋ ਹੈ ਇਹਦਾ ਕਲਰ ਰੈਡ ਹੈ। ਕਿਉਂ ਹੈ ਬਈ, ਕਿਉਂਕਿ ਇਹਦੇ ਅੰਦਰ ਇੱਕ ਰੈਸਪੀਰੇਟਰੀ ਪਿਗਮੈਂਟ ਪ੍ਰੈਜ਼ੈਂਟ ਹੈ ਜਿਹਦਾ ਨਾਮ ਕੀ ਰਹੇਗਾ, ਹੀਮੋਗਲੋਬਿਨ, that is HB molecule। HB molecule ਰੈਡ ਕਲਰ ਕਿਉਂ ਦਿੰਦਾ ਹੈ, ਕਿਉਂਕਿ ਇਹਦਾ ਸੈਂਟਰਲ ਆਇਨ ਜੋ ਹੈ ਉਹ ਇੱਕ ਆਇਰਨ ਦਾ ਕੰਪਾਊਂਡ ਹੈ, ਰਾਈਟ। ਆਇਰਨ ਪ੍ਰੈਜ਼ੈਂਟ ਹੋਣ ਦੇ ਕਾਰਨ ਇਟ ਇਜ਼ ਗੋਇੰਗ ਟੂ ਗਿਵ ਯੂ ਦ ਰੈਡ ਕਲਰ। ਇੱਕ ਹੈਲਦੀ ਹਿਊਮਨ ਬੀਇੰਗ ਦੇ ਵਿੱਚ 12 ਤੋਂ 16%
जो है परसेंट नहीं ग्राम किन्ने 100 ml ਦੇ ਵਿੱਚ this much of gram of hemoglobin has to be present, ठीक है। then there comes the lifespan, जो रेड ब्लड सेल है लगभग 120 डेज का लाइफ स्पैन इन्हां दा रहेगा। आफ्टर दैट दे विल बी गोइंग टू द स्प्लीन एंड स्प्लीन ते जाके की करनगे अपने आप नु डिस्ट्रॉय कर देंगे। इसे करके आपां स्प्लीन नु जो कि साडी स्टमक दे नाल ही प्रेजेंट रहेगा, इसके कारण जो बोन एंड टॉर्न आउट जो भी रेड ब्लड सेल है दे विल बी डिस्ट्रॉयड इन द स्प्लीन। स्प्लीन इज ऑल्सो नोन एज ग्रेवयार्ड ऑफ रेड ब्लड सेल। ਇਹ ਵੀ ਇੱਕ ਕਾਫੀ ਇੰਪੋਰਟੈਂਟ ਕੁਐਸਚਨ ਹੈ, ਕਾਫੀ ਟੀਚਿੰਗ ਐਗਜ਼ਾਮਸ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਗ੍ਰੇਵਯਾਰਡ ਆਫ ਰੈਡ ਬਲੱਡ ਸੈਲ ਜੋ ਹੈ ਉਹ ਕਿਹੜਾ ਆਰਗਨ ਰਹੇਗਾ, ਠੀਕ ਹੈ। देयर आफ्टर ਕਾਊਂਟ ਦੀ ਗੱਲ ਕਰਦੇ ਹਾਂ। ਹੁਣ ਦੇਖੋ ਜੋ पर mm है, पर mm ऑफ ब्लड है, ਇਹਦੇ ਵਿੱਚ ਲਗਭਗ 5 to 5 मिलियन रेड ब्लड सेल्स ਦਾ प्रेजेंट होना जरूरी है। दिस इज अ हेल्दी काउंट, ठीक है। देन फॉर्मेशन कितने हो रही है रेड ब्लड सेल्स दी, जो रेड बोन मैरो वाला पार्ट होंगे ना, जो लॉन्ग बोन्स होंदियां हन, लॉन्ग बोन्स दे अंदर दो पार्ट्स होंदे हन, एक होंदा वाइट बोन मैरो जिन्हों आप येलो बोन मैरो भी कहते हैं, स्पॉन्जी होंदा है और बिल्कुल सेंटर दे विच रेड बोन मैरो प्रेजेंट होंदा है। उस रेड बोन मैरो दे थ्रू रेड ब्लड सेल्स दी फॉर्मेशन जो है दैट इज गोइंग टू टेक प्लेस। स्ट्रक्चर किस तरीके का है, रेड ब्लड सेल दा स्ट्रक्चर जो तुसीं देखोगे दिस टाइप ऑफ स्ट्रक्चर इज प्रेजेंट, लुक एट दिस, इस तरीके का एक स्ट्रक्चर प्रेजेंट है। इस स्ट्रक्चर को आप कहते हैं बाइकनकेव स्ट्रक्चर, दिस इज नोन एज बाइकनकेव स्ट्रक्चर, बाइकनकेव शेप, ठीक है। रेड ब्लड सेल दे कोल कुछ एडेप्टेशंस है। मेन जे आप फंक्शन देखिए रेड ब्लड सेल का मेन फंक्शन है कि इन्हें ट्रांसपोर्ट करना है गैसेस का, रेस्पिरेटरी पिगमेंट की तरह एक्ट करेगा ना, सो इट इज रिस्पॉन्सिबल फॉर ट्रांसपोर्टिंग ऑक्सीजन और मे बी द CO2, राइट। ਇਹਦੇ ਲਈ ਇਹਨੂੰ ਸਪੇਸ ਚਾਹੀਦੀ ਹੈ, ਸੋ ਦੇ ਹੈਵ ਮੋਡੀਫਾਈਡ देमसेल्फ। ਕੁਝ ਮੋਡੀਫਿਕੇਸ਼ਨਸ ਰਹਿਣਗੀਆਂ ਜਿੱਦਾਂ ਕਿ ਨਿਊਕਲੀਅਸ ਐਬਸੈਂਟ ਰਹੇਗਾ, ਇਹਦੇ ਲਈ ਆਪਾਂ ਟਰਮ ਯੂਜ਼ ਕਰਦੇ ਹਾਂ यून्यूक्लिएट, राइट। ਮਾਈਟੋਕੌਂਡਰੀਆ ਐਂਡ ਗੋਲਜੀ ਕੰਪਲੈਕਸ ਇਹ ਵੀ ਇੱਥੇ ਕੀ ਰਹਿਣਗੇ ਐਬਸੈਂਟ, देयर इज नो रिक्वायरमेंट ऑफ सच organelles here। main function that comes same, that they have to transport the CO2 and oxygen, ठीक है। So this is about the red blood cell। ਹੁਣ ਇਸ ਤੋਂ ਬਾਅਦ ਆਣਗੇ ਤੁਹਾਡੇ ਕੋਲ that is white blood cell। white blood cells ਨੂੰ ਆਪਾਂ ਕੀ ਕਹਿ ਰਹੇ ਸੀ, ल्यूकोसाइट्स। ल्यूकोसाइट्स बेसिकली कलरलेस सेल्स ਰਹਿਣਗੇ, ठीक है। लगभग ਇਹਨਾਂ ਦਾ 1 to 15 डेज तक ਦਾ ਲਾਈਫ ਸਪੈਨ ਹੁੰਦਾ ਹੈ। ਐਂਡ ਜੇ ਆਪਾਂ ਕਾਊਂਟ ਦੀ ਗੱਲ ਕਰੀਏ 6000 to 8000 ਪਰ mm क्यूबिक ਦੇ ਵਿੱਚ ਇਹਨਾਂ ਦਾ ਪ੍ਰੈਜ਼ੈਂਟ ਹੋਣਾ ਜ਼ਰੂਰੀ ਹੈ, ਰਾਈਟ। जे इन्ना काउंट है दैट मीन्स पर्सन इज हेल्दी। जे वाइट ब्लड सेल्स का काउंट ज्यादा हो जाए वो दस रहा है कि पर्सन को कोई ना कोई इन्फेक्शन है, राइट। क्योंकि ज्यादा इन्फेक्शन होने का मतलब की है दैट द वाइट ब्लड सेल, द सोल्जर ऑफ योर सेल्स, दे विल बी कमिंग फॉर द फाइटिंग अगेंस्ट दैट एंटीजन वाला पार्ट, राइट, ठीक है। नाउ हाउ दे आर फॉर्म्ड, बोन मैरो दे विच ही फॉर्मेशन हो रहा है, लिम्फ ग्लैंड्स दे थ्रू या स्प्लीन दे थ्रू जो है इन्हों एक साइट मिल रही है जिहदे विच ये अपना फंक्शन परफॉर्म कर सकते हैं, ठीक है। सो दिस इज हाउ दे आर बीइंग फॉर्म्ड हियर। स्ट्रक्चर न्यूक्लिएटेड रहेगा जी, मल्टीपल न्यूक्लियस प्रेजेंट रहेंगे अलग अलग टाइप ऑफ वाइट ब्लड सेल्स दे विच, ठीक है। एंड मेन फंक्शन जो है इम्यून सिस्टम दे विच इन्हां दा रहन वाला है, जिन्हों आपां इम्यून सिस्टम दे विच डिटेल दे विच जिहड़ा है डिस्कस करांगे। हुण इहदे विच आपां कीता कि जो वाइट ब्लड सेल है वो दो टाइप दे है, या तो हो सकता है उन्हां दे विच ग्रैन्यूल्स प्रेजेंट होण या फिर हो सकता है इन्हां दे विच ग्रैन्यूल्स एब्सेंट होण, दैट मीन्स ग्रैनुलोसाइट्स या फिर अग्रैनुलोसाइट्स। जे ग्रैनुलोसाइट है, ग्रेन्यूल्स प्रेजेंट है, ओदे बेसिस ते दे विल बी ऑफ 3 टाइप्स, ठीक है। न्यूट्रोफिल्स, इसिनोफिल्स एंड बेसोफिल्स। इन्हां दा परसेंटेज इत्थे वेरिएबल रहेगा अलग अलग। क्वेश्चन आता है सब तो ज्यादा केड़ा WBC प्रेजेंट है। न्यूट्रोफिल्स आर दोज सेल्स विच इज हैविंग मैक्सिमम नंबर ऑफ काउंट, 60 to 65% WBC थोड़े न्यूट्रोफिल्स रहेंगे। फेगोसाइटिक नेचर है, यानी कि जो भी एंटीजन है उन्होंने फिनिश कर सकता है प्रॉपरली एंड सोल्जर ऑफ बॉडी की तरह इत्थे एक्ट करेगा। फिर आंदे हन थोड़े कोल इसिनोफिल्स। ਹੁਣ देखो ईसीन का मतलब की है, ईओसिन जो है बेसिकली एसिडिक आपां स्टेन नूं कहने आ, ठीक है।
ਸੋ these are having such type of granules ਜੋ ਇਹਨਾਂ ਨੂੰ ਇੱਕ ਐਸਿਡਿਕ ਸਟੇਨ ਦੇ ਨਾਲ ਸਟੇਨ ਕਰਨ ਦੀ ਕੈਪੇਬਿਲਿਟੀ ਦਿੰਦੇ ਹਨ। ਇਸ ਕਰਕੇ ਇਹਦਾ ਨਾਮ ਇਸੀਨੋਫਿਲ ਹੈ। ਇਨਫੈਕਸ਼ਨ ਦੇ ਅਗੇਂਸਟ ਰੈਜ਼ਿਸਟੈਂਟ ਪ੍ਰੋਵਾਈਡ ਕਰਨ ਦਾ ਕੰਮ ਕਰਨਗੇ ਐਂਡ ਜਦੋਂ ਵੀ ਐਲਰਜਿਕ ਰਿਐਕਸ਼ਨ ਹੋ ਰਹੀ ਹੈ ਤੁਹਾਡੀ ਬਾਡੀ ਦੇ ਵਿੱਚ ਉਸ ਟਾਈਮ ਇਸੀਨੋਫਿਲ ਦਾ ਕਾਊਂਟ ਇਨਕਰੀਜ਼ ਹੋ ਜਾਏਗਾ। that means allergic reaction is indicating ਕਿ ਤੁਹਾਡੀ ਬਾਡੀ ਦੇ ਵਿੱਚ ਜ਼ਿਆਦਾ ਨੰਬਰ ਆਫ ਇਸੀਨੋਫਿਲਸ ਪ੍ਰੈਜ਼ੈਂਟ ਰਹਿਣਗੇ। ਠੀਕ ਹੈ, 2 to 3% ਪਾਰਟ ਇਹਨਾਂ ਦਾ ਇੱਥੇ ਰਹੇਗਾ। ਸਭ ਤੋਂ ਘੱਟ ਗ੍ਰੈਨੂਲੋਸਾਈਟ ਜੋ ਪ੍ਰੈਜ਼ੈਂਟ ਹੈ that is basophils। ਬੇਸੋ ਮੀਨਸ ਬੇਸਿਕ ਡਾਈ। ਹੁਣ ਇਹਨਾਂ ਦੇ ਵਿੱਚ ਜੋ ਗ੍ਰੈਨੂਲਸ ਹੈ ਉਹ ਬੇਸਿਕ ਡਾਈ ਨੂੰ ਐਕਸੈਪਟ ਕਰਦੇ ਹਨ, ਇਸ ਕਰਕੇ ਆਪਾਂ ਇਹਨੂੰ ਸਟੈਨੋਫਾਈਲਸ ਵੀ ਕਹਿ ਰਹੇ ਹਾਂ। ਸਟੈਨੋਫਿਲਸ ਇਹ ਬਹੁਤ ਇੰਪੋਰਟੈਂਟ ਹੈ। ਠੀਕ ਹੈ, ਬੇਸ਼ੱਕ ਬਹੁਤ ਘੱਟ ਅਮਾਉਂਟ ਦੇ ਵਿੱਚ ਪ੍ਰੈਜ਼ੈਂਟ ਹੈ, 0.5 to 1% ਅਮਾਉਂਟ ਪ੍ਰੈਜ਼ੈਂਟ ਹੈ, ਬਟ ਸਟਿਲ ਇਟ ਇਜ਼ ਰਿਸਪੌਂਸਿਬਲ ਫॉर ਸਿਕ੍ਰੀਟਿੰਗ ਹਿਸਟਾਮਾਈਨ, ਸੈਰੋਟੋਨਿਨ ਐਂਡ ਹੈਪਾਰਿਨ। ਇਹਨਾਂ ਤਿੰਨਾਂ ਦਾ ਬਾਡੀ ਦੇ ਵਿੱਚ ਬਹੁਤ ਇੰਪੋਰਟੈਂਟ ਫੰਕਸ਼ਨ ਹੁੰਦਾ ਹੈ। ਆਈ ਐਮ ਗਿਵਿੰਗ ਯੂ ਦਿਸ ਐਜ਼ ਅ ਹੋਮਵਰਕ ਕੁਐਸਚਨ। ਇਹ ਕੁਐਸਚਨ ਪੱਕਾ ਪੇਪਰ ਦੇ ਵਿੱਚ ਆਂਦਾ ਹੀ ਆਂਦਾ ਹੈ, ਜ਼ਰੂਰ ਪੁੱਛਿਆ ਜਾਂਦਾ ਹੈ, ਜਾਂ ਤੇ ਸੈਰੋਟੋਨਿਨ ਦੇ ਬਾਰੇ ਜਾਂ ਫਿਰ ਹਿਸਟਾਮਾਈਨ ਜਾਂ ਫਿਰ ਹੈਪਾਰਿਨ ਦੇ ਬਾਰੇ। ਇਹਨਾਂ ਤਿੰਨਾਂ ਦਾ ਫੰਕਸ਼ਨ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ ਕਿ what is the main function of these 3 type of basophils। ਠੀਕ ਹੈ, ਦੇਖੋ ਲਿਖਿਆ ਹੋਇਆ ਹੈ ਨੀਚੇ ਇਨਫਲੇਮੇਟਰੀ ਰਿਐਕਸ਼ਨ ਕਾਜ਼ ਕਰ ਰਿਹਾ ਹੈ, ਬਟ ਕਿਸ ਟਾਈਪ ਦੀ ਇਨਫਲੇਮੇਟਰੀ ਰਿਐਕਸ਼ਨ? ਹੁਣ ਦੇਖੋ ਐਲਰਜਿਕ ਰਿਐਕਸ਼ਨ ਜਦੋਂ ਵੀ ਹੋਏਗੀ ਉਸ ਟਾਈਮ ਇਨਫਲੇਮੇਟਰੀ ਰਿਐਕਸ਼ਨਸ ਹੁੰਦੀਆਂ ਹਨ, ਹੈ ਨਾ। ਸੋ ਜੋ ਰਿਸਪੌਂਸ ਆ ਰਿਹਾ ਇਮਿਊਨ ਸਿਸਟਮ ਦਾ that is coming due to the basophils, ਰਾਈਟ। ਠੀਕ ਹੈ, ਹੁਣ ਗੱਲ ਕਰਦੇ ਆ ਅਗ੍ਰੈਨੂਲੋਸਾਈਟਸ ਦੀ। ਅਗ੍ਰੈਨੂਲੋਸਾਈਟਸ ਜਿਨ੍ਹਾਂ ਦੇ ਵਿੱਚ ਗ੍ਰੈਨੂਲਸ ਐਬਸੈਂਟ ਹੈ, ਇਹਦੇ ਵਿੱਚ ਮੋਨੋਸਾਈਟਸ ਆ ਜਾਣਗੇ। ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ ਸਭ ਤੋਂ ਲਾਰਜੈਸਟ ਟਾਈਪ ਦਾ WBC ਕਿਹੜਾ ਹੈ? ਸਭ ਤੋਂ ਲਾਰਜੈਸਟ WBC ਜਿਹੜਾ ਹੈ that will be the monocyte। 6 to 8% ਫੇਗੋਸਾइटिक नेचर, ताकि एंटीजन ਨੂੰ, ਫੋਰਨ ਬਾਡੀ ਨੂੰ, ਵਾਇਰਸ, ਬੈਕਟੀਰੀਆ ਜੋ ਵੀ ਹੈ ਉਹਨੂੰ ਅੰਦਰ ਹੀ ਕਿਲ ਕਰ ਸਕੇ। ਲਿੰਫੋਸਾਈਟਸ ਜਿਹਦੇ ਵਿੱਚ ਤੁਹਾਨੂੰ T ਲਿੰਫੋਸਾਈਟ ਜਾਂ B ਲਿੰਫੋਸਾਈਟ ਮਿਲੇਗਾ, ਇਮਿਊਨ ਸਿਸਟਮ ਦੇ ਮੇਜਰ ਸੈਲਸ ਰਹਿਣਗੇ। B lymphocyte is responsible for antibody production and T lymphocyte they are responsible as a helper cell ताकि antibody antigen ਦੇ ਨਾਲ bind ਕਰਕੇ ਉਹਨੂੰ kill ਕਰ ਸਕੇ। ਬਹੁਤ ਵਧੀਆ ਮੈਕੈਨਿਜ਼ਮ ਹੈ, ਇਹਨੂੰ ਆਪਾਂ ਕੋਈ ਹੋਰ ਸੈਸ਼ਨ ਦੇ ਵਿੱਚ ਜੋ ਹੈ ਡਿਟੇਲ ਦੇ ਵਿੱਚ ਡਿਸਕਸ ਕਰ ਲਾਂਗੇ। ਠੀਕ ਹੈ, ਸੋ ਦਿਸ ਇਜ਼ the type of WBCs ਜੋ ਕਿ ਤੁਹਾਡੇ blood vascular system ਦਾ ਹੀ ਪਾਰਟ ਇੱਥੇ ਰਹਿਣ ਵਾਲਾ ਹੈ। ਠੀਕ ਹੈ, then thereafter we are having the last component। last component ਕੀ ਹੈ? ਹੁਣ the blood vascular system, blood ਦੇ ਵਿੱਚ ਜੋ last component ਇੱਥੇ present ਹੈ that will be the platelets। platelets ਨੂੰ ਆਪਾਂ ਕੀ ਕਹਿੰਦੇ ਆ? platelets are known as the thrombocytes। ਠੀਕ ਹੈ, ਬੇਸਿਕਲੀ ਜੇ ਤੁਸੀਂ ਇਹਨਾਂ ਦੀ ਸ਼ੇਪ ਦੇਖੋਗੇ ਨਾ, ਕੋਈ ਸ਼ੇਪ ਹੈ ਹੀ ਨਹੀਂ, ਹੈ ਨਾ। ਇਹਨਾਂ ਪਲੇਟਲੇਟਸ ਦੀ ਕੋਈ ਸ਼ੇਪ ਨਹੀਂ ਹੁੰਦੀ ਹੈ, ਦੇ ਆਰ ਜਸਟ ਲਾਈਕ ਦ ਫ੍ਰੈਗਮੈਂਟ ਆਫ ਸੈਲ। ਠੀਕ ਹੈ, ਐਂਡ ਕੋਈ ਵੀ ਸਪੈਸਿਫਿਕ ਸ਼ੇਪ ਦੇ ਵਿੱਚ ਨਹੀਂ ਪ੍ਰੈਜ਼ੈਂਟ ਰਹਿਣਗੇ। ਜਿੱਦਾਂ ਕਿ ਜੋ ਰੈੱਡ ਬਲੱਡ ਸੈਲ ਸੀਗਾ, ਹੈ ਨਾ, ਉਹ ਕਿਹੜੀ ਸ਼ੇਪ ਦਾ ਸੀਗਾ? ਬਾਈਕਨਕੇਵ ਸ਼ੇਪ ਦਾ ਸੀਗਾ, ਕਿਤੇ ਕਿਤੇ ਓਵਲ ਸ਼ੇਪ ਵੀ ਲਿਖੀ ਹੁੰਦੀ ਹੈ। ਨਾਓ ਦ ਥਿੰਗ ਇਜ਼ ਇਫ ਯੂ ਆਰ ਆਬਜ਼ਰਵਿੰਗ ਦ WBC ਫਰਮ ਅਬਵ ਤੁਹਾਨੂੰ ਓਵਲ ਸ਼ੇਪ ਦਾ ਮਿਲੇਗਾ, ਇਫ ਯੂ ਆਰ ਆਬਜ਼ਰਵਿੰਗ ਇਟ ਫਰਮ ਦ ਸਾਈਡ ਵਿਊ ਤਾਂ ਤੁਹਾਨੂੰ ਬਾਈਕਨਕੇਵ ਸ਼ੇਪ ਮਿਲੇਗੀ, ਹੈ ਨਾ। ਇਹ ਵੀ ਕਨਸੈਪਟ ਹੁੰਦਾ ਹੈ। ਚਲੋ ਪਲੇਟਲੇਟਸ ਦੀ ਗੱਲ ਕਰਦੇ ਹਾਂ। ਪਲੇਟਲੇਟਸ ਨੂੰ ਆਪਾਂ ਥ੍ਰੋਮਬੋਸਾਈਟਸ ਵੀ ਕਹਿੰਦੇ ਆ। ਬੇਸਿਕਲੀ ਦੇ ਆਰ ਦ ਕਲਰਲੈਸ ਕੰਪਾਊਂਡ। ਲਾਈਫ ਸਪੈਨ ਜੋ ਹੈ ਇੱਥੇ 7 days ਤੱਕ ਦਾ ਇਹਨਾਂ ਦਾ ਹੁੰਦਾ ਹੈ। ਠੀਕ ਹੈ, आफ्टर दैट काउंट लगभग प्लेटलेट्स तक हेल्दी काउंट जो है 1.5 to 3.5 lakhs पर वॉल्यूम तक होना चाहिए। जो डेंगू हो जाता है उस टाइम प्लेटलेट काउंट कट हो जाएगा, राइट। सो दैट इज वन ऑफ द वेरी डेंजरस काइंड ऑफ कंडीशन। सो प्लेटलेट काउंट भी तुसी याद रखना है, ये भी पेपर दे विच आंदा है, फैक्ट बेस्ड इंफॉर्मेशन है। आई होप यू आर गोइंग टू रिमेंबर दिस। नेक्स्ट देखो जो फॉर्म्ड एलिमेंट्स है, formed elements किथे form होंगे? they are formed in the megakaryocytes of the bone marrow। WBC भी उत्थे form हो रहा है, red blood cell भी उत्थे form हो रहा है, जो platelets है they are also formed in the bone marrow। bone marrow ਦੇ ਵਿੱਚ ਇੱਕ specialized cell present ਹੈ megakaryocytes। ਇਹਨਾਂ ਦੇ ਥਰੂ ਜੋ ਹੈ thrombocytes ਦੀ formation ਇੱਥੇ ਹੋਣ ਵਾਲੀ ਹੈ, platelets ਦੀ formation ਇੱਥੇ ਹੋਣ ਵਾਲੀ ਹੈ। ਠੀਕ ਹੈ, thereafter structure ਦੀ ਗੱਲ ਕਰੀਏ, कोई भी न्यूक्लियस प्रेजेंट नहीं है। नॉन न्यूक्लिएटेड
ਸੈੱਲ ਫ੍ਰੈਗਮੈਂਟ ਦੇ ਰੈਂਡਮ ਸ਼ੇਪ ਦੇ ਵਿੱਚ ਇਹ ਇੱਥੇ ਪ੍ਰੈਜ਼ੈਂਟ ਰਹਿਣਗੇ। ਫੰਕਸ਼ਨ ਕੀ ਹੁੰਦਾ ਹੈ? ਬਲੱਡ ਕਲॉटिंग। ਬਲੱਡ ਕਲॉटिंग ਵੀ ਬੜਾ ਇੰਪੋਰਟੈਂਟ ਹੈ। ਬਲੱਡ ਕਲॉटिंग ਦੇ ਵਿੱਚ ਨਾ 13 ਫੈਕਟਰਸ ਜੋ ਕਿ ਤੁਹਾਡੇ ਬਲੱਡ ਦੇ ਵਿੱਚ ਹੀ ਪ੍ਰੈਜ਼ੈਂਟ ਹੈ, ਬੋਡੀ ਦੇ ਵਿੱਚ ਹੀ ਪ੍ਰੈਜ਼ੈਂਟ ਹੈ, ਦੇ ਆਰ ਰਿਸਪੌਂਸਿਬਲ ਐਂਡ ਵਨ ਆਫਟਰ ਅਨਦਰ ਇੱਕ ਕੈਸਕੇਡ ਸ਼ੁਰੂ ਕਰਨਗੇ ਰਿਐਕਸ਼ਨਸ ਦਾ, ਕਿ ਇੱਕ ਕੰਪਾਊਂਡ ਦੂਜੇ ਨੂੰ ਐਕਟੀਵੇਟ ਕਰ ਰਿਹਾ, ਉਹ ਤੀਜੇ ਨੂੰ ਕਰ ਰਿਹਾ, ਸੋ ਔਨ। ਇਸ ਤਰੀਕੇ ਨਾਲ 13 ਫੈਕਟਰਸ ਇਨਵੋਲਵਡ ਰਹਿਣਗੇ, ਇੱਕ ਲੌਂਗ ਰਿਐਕਸ਼ਨ ਚਲੇਗੀ, ਉਸ ਤੋਂ ਬਾਅਦ ਜਾ ਕੇ ਕਲॉटिंग ਦਾ ਪ੍ਰੋਸੈਸ ਜਿਹੜਾ ਹੈ ਸ਼ੁਰੂ ਹੁੰਦਾ ਹੈ, ਰਾਈਟ। ਸੋ ਇੱਕ ਕੁਐਸਚਨ ਮੈਂ ਤੁਹਾਨੂੰ ਹੋਮਵਰਕ ਦਾ ਦੇ ਦਿੱਤਾ ਹੈ ਕਿ ਤੁਸੀਂ ਹਿਸਟਾਮਾਈਨ, ਸੈਰੋਟੋਨਿਨ ਔਰ ਹੈਪਾਰਿਨ ਦੇ ਬਾਰੇ ਮੈਨੂੰ ਦੱਸਣਾ ਹੈ। ਦੂਜਾ ਇੰਪੋਰਟੈਂਟ ਕੁਐਸਚਨ ਆਈ ਐਮ ਗਿਵਿੰਗ ਯੂ, ਜੋ ਕਿ ਤੁਹਾਨੂੰ ਆਂਦਾ ਹੋਣਾ ਹੈ, ਆਈ ਐਮ ਡੈਫੀਨੇਟਲੀ ਸ਼ੋਰ ਅਬਾਊਟ ਇਟ। ਬਲੱਡ ਕਲॉटिंग ਦੇ ਲਈ ਕਿਹੜਾ vitamin is important? Which vitamin is important for the blood clotting? Vitamin A, B, C, D इतना नहीं करना, ठीक है। जो the scientific name है वो तुसी comment section ਦੇ ਵਿੱਚ ਦੱਸਣਾ ਹੈ ਕਿ ਕਿਹੜਾ vitamin ਜੋ ਹੈ ਇੱਥੇ important ਰਹੇਗਾ for the blood clotting, right? So this is all about the blood vascular system. We have done the blood vascular system and ਲਗਭਗ ਮੈਨੂੰ ਲੱਗਦਾ ਹੈ ਮੈਂ 20-21 ਮਿੰਟਸ ਦੇ ਵਿੱਚ ਪੂਰਾ ਟੌਪਿਕ ਤੁਹਾਨੂੰ ਐਕਸਪਲੇਨ ਕਰਤਾ ਹੈ। ਕਿਹੜੇ ਇੰਪੋਰਟੈਂਟ ਕੁਐਸਚਨ ਆਏ ਹੋਏ ਹਨ, ਕਿਸ ਤਰੀਕੇ ਦਾ ਕੁਐਸਚਨ ਆ ਸਕਦਾ ਹੈ, ਐਂਡ ਡੈਫੀਨੇਟਲੀ ਬਲੱਡ ਤੋਂ ਕੋਈ ਨਾ ਕੋਈ ਕੁਐਸਚਨ ਜ਼ਰੂਰ ਆਉਂਦਾ ਹੈ, ਠੀਕ ਹੈ। ਸੋ ਦਿਸ ਇਜ਼ ਆਲ ਅਬਾਊਟ ਦ ਸੈਸ਼ਨ। ਹੁਣ ਤੁਸੀਂ ਕੀ ਕਰਨਾ ਹੈ? ਇੱਕ ਤੇ ਮੈਨੂੰ ਹੋਮਵਰਕ ਕੁਐਸਚਨਸ ਦਾ ਆਨਸਰ ਦੇਣਾ ਹੈ। ਦੂਜੀ ਚੀਜ਼, ਜੇ ਕੋਈ ਹੋਰ ਟੌਪਿਕ ਤੁਸੀਂ ਇਸ ਤਰੀਕੇ ਨਾਲ ਰਿਵਾਈਜ਼ ਕਰਨਾ ਚਾਹੁੰਦੇ ਹੋ ਵਿਦਿਨ 20 to 25 ਮਿੰਟਸ, ਡੂ ਲੈਟ ਮੀ ਦ ਟੌਪਿਕ ਵਿਚ ਯੂ ਵਾਂਟ ਟੂ ਰਿਵਾਈਜ਼, ਠੀਕ ਹੈ। ਸੋ ਕੱਲ ਫਿਰ ਮਿਲਾਂਗੇ ਇੱਕ ਨਵੇਂ ਟੌਪਿਕ ਦੇ ਨਾਲ ਐਂਡ ਇਸੇ ਤਰੀਕੇ ਨਾਲ ਤੁਹਾਡੀ ਤਿਆਰੀ ਜਿਹੜੀ ਹੈ ਆਪਾਂ ਇੱਥੇ ਕਰਾਂਦੇ ਰਵਾਂਗੇ। ਇਫ ਯੂ ਲਾਈਕ ਦ ਸੈਸ਼ਨ, ਡੂ ਲਾਈਕ ਦ ਸੈਸ਼ਨ ਐਜ਼ ਵੈਲ, ਠੀਕ ਹੈ। ਲਾਈਕ ਜ਼ਰੂਰ ਕਰ ਦਿਓ ਐਂਡ ਇਹਦੇ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਜ਼ਰੂਰ ਦੱਸਿਓ ਦੈਟ ਹਾਊ ਵਾਜ਼ ਇਟ। ਓਕੇ ਜੀ, ਬਾਏ ਬਾਏ ਐਂਡ ਟੇਕ ਕੇਅਰ।